आपे आप निरंजन सोए, जिन सेवया तिन पाया मान। नानक गाविया गुणी निधान। धन वाहिगुरु साहिब जीओ। सलोक तीन गुणा में व्यापया, पूर्ण होत न काम। पतित उदाहरण मन बसै, नानक छुटै नाम। पौड़ी त्रयोदशी तीन ताप संसार। आवत जात नरक अवतार। आवत जात नरक अवतार। हर हर भजन न मन में आयो, सुख सागर प्रभ निमख न गायो। हरख सोग का देह, हरख सोग का देह कर बांधियो। दीर्घ रोग माया आसाध्यो, दिन विकार करत श्रम पायो। नैनी देख नैनी नींद सुपन बरड़ायो। हर विसरत होवत हाल, शरण नानक प्रभ पुरख दयाल। परम सन्मानयोग जुगो जुग अटल चबर तख्त दे मालक साहिब सतगुरु धन धन श्री गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों बहुत ही वडभागे हाँ, जो कि रोजाना लड़ीवार बाणी दी विचार नाल जुड़दे हाँ। आओ गुरमुखो विचारां दी आरंभता करन तो पहला सारी संगत गज के आखो वाहिगुरु जी का खालसा वाहिगुरु जी की फतेह। लड़ीवार चल रही कथा विचार ठिट्टी गौड़ी महला पंजवा गुरु ग्रंथ साहिब दा पावन पवित्र अंक 299। आओ सतगुरु महाराज दे इस पावन पवित्र श्लोक नूं सतगुरु गुरु अर्जन साहब महाराज श्लोक के अंदर कह रहे ने, तीन गुणा में व्यापया, पूर्ण होत न काम। पतित उदाहरण मन बसै, नानक छूटै नाम। सतगुरु गुरु अर्जन साहब महाराज कह रहे ने जी, तीन गुणा में व्यापया। माया दे तमो रजो सतो, इन्हां नूं माया दे तीन गुण कहा जाता है। व्याप्या दा अर्थ है इन्हां विच लग्या होया, इन्हां विच खचत मनुख। पातशाह जी कह रहे ने जगत माया दे तीन गुणां दे दबाव हेठ आया होया है। माया दे तीन गुण ने जी, रजगुण तम गुण ते सतगुण। इस वास्ते कदी भी इस दियां वासनावां पूरियां नहीं हुंदियां। हे नानक, वो मनुख इस माया दे पंजे विचों विकारां दे विचों खलासी हासिल करदा है, जिस दे मन विच परमात्मा दा नाम आ वसदा है। इत्थे जिहड़ी आपां विचार साझी कर रहे हैं, विचार रहे हैं जी, सतगुरु महाराज इत्थे माया दे तीन गुणां दी गल करदे ने। संसार जगत इन्हां तीन गुणां दे विच व्यापिया होया है, इन्हां तीन गुणां दे हेठ दबिया होया है।
ਜਿਹਦੇ ਬਾਰੇ ਸਤਿਗੁਰੂ ਮਹਾਰਾਜ ਆਪਾਂ ਰੋਜ਼ਾਨਾ ਸ਼ਾਮ ਦੇ ਵੇਲੇ ਪੜ੍ਹਦੇ ਹਾਂ ਜੀ। ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤੇ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ। ਪੰਕਜ ਮੋਹ, ਮੋਹ ਦਾ ਚਿੱਕੜਾ ਜੀ। ਸੰਸਾਰ ਵਿੱਚ ਮਨੁੱਖ ਇਸ ਮੋਹ ਦੇ ਚਿੱਕੜ ਵਿੱਚ ਫਸਿਆ ਪਿਆ, ਨਿਕਲਿਆ ਨਹੀਂ ਜਾਂਦਾ। ਇਹਨਾਂ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਹੋ ਕੇ ਇੱਕ ਜਿਹੜਾ ਜਿਹਨੂੰ ਮਹਾਰਾਜ ਨੇ ਸਹਿਜ ਅਵਸਥਾ ਦੀ ਗੱਲ ਕੀਤੀ, ਉਸ ਗੁਣ ਨੂੰ ਪ੍ਰਾਪਤ ਕਰਨਾ ਹੈ। ਜਦੋਂ ਅੰਦਰ ਸਹਿਜ ਆ ਗਿਆ, ਸੰਤੋਖ ਆ ਗਿਆ, ਮਾਇਆ ਦੇ ਤਿੰਨ ਗੁਣਾਂ ਤੋਂ ਅਸੀਂ ਪਰੇ ਹੋ ਜਾਵਾਂਗੇ। ਇਹੀ ਗੱਲ ਮਹਾਰਾਜ ਕਹਿ ਰਹੇ ਨੇ, ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ। ਇਸ ਕਰਕੇ ਇਹਦੀ ਵਾਸ਼ਨਾ, ਇਹਦਾ ਕੰਮ, ਇਹਦਾ ਕਾਰਜ ਪੂਰਾ ਨਹੀਂ ਹੁੰਦਾ, ਕਿਉਂਕਿ ਮਾਇਆ ਦੇ ਤਿੰਨ ਗੁਣਾਂ ਵਿੱਚ ਵਿਆਪਿਆ ਹੋਇਆ। ਪਤਿਤ ਉਦਾਹਰਣ ਮਨ ਵਸੈ। ਸਤਿਗੁਰੂ ਮਹਾਰਾਜ ਕਹਿੰਦੇ ਪਤਿਤਾਂ ਨੂੰ, ਪਤਿਤ ਕੌਣ ਹੁੰਦਾ ਜੀ? ਵਿਕਾਰਾਂ ਵਿੱਚ ਡਿੱਗਿਆ ਹੋਇਆ ਮਨੁੱਖ, ਭੈੜੀ ਸੋਚ ਵਾਲਾ ਮਨੁੱਖ। ਪਾਤਸ਼ਾਹ ਜੀ ਕਹਿੰਦੇ ਜੇ ਉਹ ਮਾਲਕ ਵਾਹਿਗੁਰੂ ਮਨ ਦੇ ਵਿੱਚ ਵਸ ਜਾਵੇ, ਪਾਤਸ਼ਾਹ ਜੀ ਕਹਿ ਰਹੇ ਨੇ ਉਹ ਮਾਲਕ ਵਾਹਿਗੁਰੂ ਪਤਿਤਾਂ ਨੂੰ ਉਧਾਰਨ ਵਾਲਾ ਹੈ, ਤਾਰਨ ਵਾਲਾ ਹੈ। ਮਨ ਵਸੈ ਨਾਨਕ ਛੁੱਟੈ ਨਾਮ। ਹੇ ਨਾਨਕ, ਮਨੁੱਖ ਦਾ ਪੈਂਡਾ ਇਹਨਾਂ ਵਿਕਾਰਾਂ ਦੇ ਕੋਲੋਂ ਨਾਮ ਦੇ ਰਾਹੀਂ ਛੁੱਟਣਾ ਹੈ। ਜਦੋਂ ਜ਼ਿੰਦਗੀ ਵਿੱਚ ਮਨ ਵਿੱਚ ਨਾਮ ਆ ਗਿਆ ਨਾ, ਫਿਰ ਵਿਕਾਰਾਂ ਤੋਂ ਪੈਂਡਾ ਛੁੱਟ ਸਕਦਾ ਹੈ। ਗੁਰੂ ਸਾਹਿਬ ਜੀ ਅੱਗੇ ਪੌੜੀ ਦੇ ਵਿੱਚ ਕੀ ਕਹਿ ਰਹੇ ਨੇ ਜੀ? ਸਤਿਗੁਰੂ ਜੀ ਕਹਿ ਰਹੇ ਨੇ, ਤ੍ਰੌਦਸੀ ਤੀਨ ਤਾਪ ਸੰਸਾਰ। ਤ੍ਰੌਦਸੀ ਦਾ ਅਰਥ ਹੁੰਦਾ ਜੀ, ਦਸੀ ਦਾ ਅਰਥ 10, ਤ੍ਰੈ 3, 13 ਨੰਬਰ ਥਿਤ। ਸਤਿਗੁਰੂ ਮਹਾਰਾਜ ਇਸ ਥਿਤ ਦੇ ਅੰਦਰ ਕਹਿ ਰਹੇ ਨੇ, ਆਵਤ ਜਾਤ ਨਰਕ ਅਵਤਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਹੇ ਭਾਈ, ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚਿੰਬੜੇ ਹੋਏ ਨੇ, ਜਿਸ ਕਰਕੇ ਇਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਦੁੱਖਾਂ ਵਿੱਚ ਜੰਮਦਾ ਤੇ ਦੁੱਖਾਂ ਵਿੱਚ ਹੀ ਮਰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਇਹਨਾਂ ਤਿੰਨ ਤਾਪਾਂ ਦੇ ਕਾਰਨ, ਇਹਨਾਂ ਤਿੰਨ ਜਿਹੜੇ ਪ੍ਰਭਾਵ ਪਾ ਰਹੇ ਨੇ ਰਜੋ ਤਮਸ ਤੋਂ, ਮਨ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਟਿਕਦਾ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਤ੍ਰੌਦਸੀ ਤੀਨ ਤਾਪ ਸੰਸਾਰ। ਤਿੰਨ ਤਾਪ ਨੇ ਜਿਹੜੇ ਸੰਸਾਰ ਨੂੰ ਦੱਬ ਰੱਖਿਆ ਹੈ। ਮਾਇਆ ਦੇ ਤਿੰਨ ਤਾਪ ਨੇ ਰਜੋ ਤਮਸ ਤੋਂ। ਇਹਨਾਂ ਤਿੰਨ ਤਾਪਾਂ ਨੇ ਮਨ ਨੂੰ ਦੱਬ ਕੇ ਰੱਖਿਆ ਹੋਇਆ ਹੈ। ਆਵਤ ਜਾਤ ਨਰਕ ਅਵਤਾਰ। ਕਦੇ ਜੰਮਦਾ ਵੀ ਹੈ, ਕਦੇ ਮਰਦਾ ਵੀ ਹੈ। ਹੁਣ ਜੰਮਣਾ ਤੇ ਮਰਨਾ ਆਪਾਂ ਬਹੁਤ ਵਾਰ ਵਿਚਾਰ, ਕਿਉਂਕਿ ਲੜੀਵਾਰ ਜਦੋਂ ਗੱਲ ਦੁਬਾਰਾ ਫਿਰ ਤੁਰਦੀ ਹੈ, ਗੱਲ ਕਰਨੀ ਪੈਂਦੀ ਹੈ। ਇੱਕ ਤਾਂ ਹੁੰਦਾ ਸਰੀਰ ਕਰਕੇ ਜਨਮ ਲੈਣਾ ਤੇ ਸਰੀਰ ਕਰਕੇ ਮਰ ਜਾਣਾ। ਇਹ ਤਾਂ ਸੰਸਾਰ ਇਸੇ ਤਰ੍ਹਾਂ ਚੱਲਦਾ ਰਹਿਣਾ। ਇੱਕ ਬੰਦਾ ਸਾਹ ਵੀ ਚੱਲ ਰਹੇ ਨੇ, ਸਰੀਰ ਤੁਰਿਆ ਫਿਰਦਾ, ਪਰ ਫਿਰ ਵੀ ਮਹਾਰਾਜ ਕਹਿੰਦੇ ਬੰਦਾ ਮਰ ਗਿਆ। ਕਿਵੇਂ ਮਰ ਗਿਆ? ਆਤਮਿਕ ਤੌਰ ਤੇ ਮਨ ਕਰਕੇ ਗੁਰੂ ਵਾਲੇ ਪਾਸੋਂ ਮਰ ਗਿਆ। ਗੁਰੂ ਦੇ ਗਿਆਨ ਨੂੰ ਜ਼ਿੰਦਗੀ ਦਾ ਆਧਾਰ ਨਹੀਂ ਬਣਾ ਰਿਹਾ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਵਿਚਾਰਾਂ ਨੂੰ ਜ਼ਿੰਦਗੀ ਵਿੱਚ ਨਹੀਂ ਵਿਸਾਰਿਆ, ਇਸ ਕਰਕੇ ਮਰ ਗਿਆ ਨਾ। ਇਹ ਆਤਮਿਕ ਤੌਰ ਤੇ ਮਨ ਕਰਕੇ ਬਹੁਤ ਵਾਰ ਜੰਮਦਾ ਵੀ ਹੈ ਤੇ ਬਹੁਤ ਵਾਰ ਮਰਦਾ ਵੀ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਆਵਤ ਜਾਤ ਨਰਕ ਅਵਤਾਰ। ਇਸ ਕਰਕੇ ਨਰਕਾਂ ਦਾ ਵਾਸੀ ਬਣ ਜਾਂਦਾ ਹੈ। ਨਰਕ ਜਿਉਂਦੇ ਜੀ ਮਨੁੱਖ ਨਰਕ ਦੇ ਵਿੱਚ ਪੈ ਜਾਂਦਾ ਹੈ, ਜਿੱਥੇ ਮਨ ਨੂੰ ਸਕੂਨ ਨਹੀਂ ਮਿਲਦਾ, ਜਿੱਥੇ ਜਿਸ ਪਰਿਵਾਰ ਅੰਦਰ ਟਿਕਾ ਨਹੀਂ ਹੈ, ਸ਼ਾਂਤੀ ਨਹੀਂ ਹੈ, ਉੱਥੇ ਨਰਕ ਹੀ ਹੈ ਜੀ। ਨਰਕ ਇਸ ਤਰ੍ਹਾਂ ਨਾ ਸਮਝਿਓ ਕਿ ਅਸੀਂ ਜਦੋਂ ਮਰਾਂਗੇ ਸਾਨੂੰ ਕਿਤੇ ਸਵਰਗ ਵਿੱਚ ਥਾਂ ਮਿਲਣੀ ਹੈ, ਕਿਤੇ ਸਾਨੂੰ ਨਰਕ ਮਿਲਣਾ ਹੈ। ਕਿਉਂਕਿ ਮਰਨ ਤੋਂ ਬਾਅਦ ਇਹ ਤਾਂ ਸਾਡੀਆਂ ਗੱਲਾਂ ਨੇ ਬਸ ਸੰਸਾਰ ਦੀਆਂ, ਨਾ ਕਿਸੇ ਨੇ ਵੇਖਿਆ ਨਾ ਕੋਈ ਵੇਖ ਕੇ ਆਇਆ। ਕੋਈ ਸਾਡੇ ਕੋਲ ਇਹੋ ਜਿਹਾ ਬੰਦਾ ਹੋਵੇ ਵੀ ਮੈਂ ਸਵਰਗ ਵੀ ਵੇਖ ਕੇ ਆਇਆ, ਮੈਂ ਨਰਕ ਵੀ ਵੇਖ ਕੇ ਆਇਆ। ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲਓ, ਤੁਹਾਨੂੰ ਪੜ੍ਹਨ ਨੂੰ ਮਿਲ ਜਾਣਗੀਆਂ, ਪਰ ਗੁਰਬਾਣੀ ਨੇ, ਗੁਰੂ ਸਾਹਿਬ ਨੇ ਜਿਉਂਦੇ ਜੀ ਸਾਨੂੰ ਪਛਾਣ ਕਰਾਈ ਹੈ ਵੀ ਨਰਕ ਕੀ ਹੁੰਦਾ ਤੇ ਸਵਰਗ ਕੀ ਹੁੰਦਾ। ਜਿਸ ਘਰ ਦੇ ਅੰਦਰ ਰੱਬ ਦੀ ਇਬਾਦਤ ਨਹੀਂ ਹੁੰਦੀ, ਰੱਬ ਦੀ ਬੰਦਗੀ ਨਹੀਂ ਹੁੰਦੀ, ਉਹ ਘਰ ਨਰਕ ਬਣ ਜਾਂਦਾ ਹੈ। ਜਿਹੜੇ ਘਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ,
ਉਹ ਸਵਰਗ ਬਣ ਜਾਂਦਾ ਹੈ। ਇੱਥੇ ਇਹੀ ਵਿਚਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਕਦੇ ਨਰਕ ਦੇ ਵਿੱਚ ਜੰਮਦਾ ਕਦੇ ਮਰਦਾ, ਹਰ ਹਰ ਭਜਨ ਨਾ ਮਨ ਮੈਂ ਆਇਓ। ਮਹਾਰਾਜ ਕਹਿੰਦੇ ਨਿਮਖ ਮਾਤਰ ਵੀ ਭਜਨ ਰੱਬ ਦਾ ਵਿਚਾਰ, ਰੱਬ ਦੀ ਬੰਦਗੀ ਕਦੇ ਮਨ ਵਿੱਚ ਨਹੀਂ ਵਸਾਈ। ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਜਿਹੜਾ ਸੁੱਖਾਂ ਦਾ ਸਾਗਰ ਹੈ, ਇਹਨੂੰ ਸਵਰਗ ਦੇਣ ਵਾਲਾ ਪ੍ਰਮਾਤਮਾ ਹੈ, ਸੁੱਖ ਦੇਣ ਵਾਲਾ ਪ੍ਰਮਾਤਮਾ ਹੈ। ਨਿਮਖ ਮਾਤਰ ਦਾ ਅਰਥ ਹੁੰਦਾ ਜੀ ਅੱਖ ਝਮਕਣ ਜਿੰਨਾ ਸਮਾਂ। ਅੱਖ ਝਮਕਣ ਜਿੰਨਾ ਸਮਾਂ ਵੀ ਇਹਨੇ ਮਨੁੱਖ ਨੇ ਗਾਇਆ ਨਹੀਂ, ਸਮਝਿਆ ਨਹੀਂ। ਮਹਾਰਾਜ ਕਹਿੰਦੇ ਹਰਖ ਸੋਗ ਕਾ ਦੇ ਕਰ ਬੰਧਿਓ। ਅੱਗੇ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ ਦੀਰਘ ਰੋਗ ਮਾਇਆ ਸਾਧਿਓ। ਮਨੁੱਖ ਆਪਣੇ ਆਪ ਨੂੰ ਖੁਸ਼ੀ ਤੇ ਗਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ। ਇਸ ਨੂੰ ਮਾਇਆ ਦੇ ਮੋਹ ਦਾ ਅਜਿਹਾ ਲੰਮਾ ਰੋਗ ਚਿੰਬੜਿਆ ਹੋਇਆ ਹੈ ਕਿ ਜੋ ਕਾਬੂ ਨਹੀਂ ਆ ਰਿਹਾ। ਕਦੇ ਹਰਖ ਦੇ ਵਿੱਚ ਕਦੇ ਸੋਗ ਦੇ ਅੰਦਰ। ਹਰਖ ਦਾ ਅਰਥ ਹੈ ਜੀ ਖੁਸ਼ੀ, ਸੋਗ ਦਾ ਅਰਥ ਹੈ ਗਮ। ਕਦੇ ਦੁੱਖਾਂ ਦੇ ਵਿੱਚ ਕਦੇ ਸੁੱਖਾਂ ਦੇ ਵਿੱਚ। ਮਹਾਰਾਜ ਕਹਿੰਦੇ ਆਪਣੀ ਦੇਹ ਨੂੰ ਇਹਨੇ ਬੰਨ੍ਹ ਲਿਆ। ਦੀਰਘ ਰੋਗ ਮਾਇਆ ਸਾਧਿਓ। ਹਰਖ ਤੇ ਸੋਗ ਅੰਦਰ ਕਿਉਂ ਪੈ ਗਿਆ? ਕਿਉਂਕਿ ਵੱਡਾ ਰੋਗ ਕੀ ਹੈ? ਮਾਇਆ ਵਾਲਾ ਰੋਗ ਅਸਾਧਿਆ ਨਹੀਂ ਜਾ ਰਿਹਾ, ਕਾਬੂ ਵਿੱਚ ਨਹੀਂ ਆ ਰਿਹਾ। ਮਾਇਆ ਨੇ ਡੰਗ ਲਿਆ, ਮਾਇਆ ਨੇ ਪ੍ਰਭਾਵ ਪਾ ਲਿਆ। ਦਿਨੈ ਵਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਸਤਿਗੁਰੂ ਮਹਾਰਾਜ ਕਹਿੰਦੇ, ਪਾਤਸ਼ਾਹ ਜੀ ਕਹਿੰਦੇ ਸਾਰਾ ਦਿਨ ਵਿਅਰਥ ਕੰਮ ਕਰਦਾ, ਥੱਕਦਾ ਨਹੀਂ ਹੈ। ਰਾਤ ਨੂੰ ਜਦੋਂ ਨੀਂਦ ਆਉਂਦੀ ਆ ਨਾ, ਸਾਰਾ ਦਿਨ ਫਿਰ ਸੁਪਨੇ ਵਿੱਚ ਦਿਨ ਵੇਲੇ ਵੀ ਦੌੜ ਭੱਜ ਅਤੇ ਰਾਤ ਨੂੰ ਵੀ ਬਰੜਾਉਂਦਾ ਰਹਿੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਉਸ ਮਨੁੱਖ ਦੀ ਗੱਲ ਕਰਦੇ ਨੇ ਜਿਹੜਾ ਬੰਦਾ ਸਾਰਾ ਦਿਨ ਹੀ ਆਵਾ ਤਾਵਾ ਬੋਲ ਕੇ ਗੁਜ਼ਾਰ ਦਿੰਦਾ। ਤੁਸੀਂ ਝਾਤ ਮਾਰ ਕੇ ਵੇਖੋ ਜੀ, ਇੱਧਰ ਉੱਧਰ ਬੜੇ ਐਸੇ ਬੰਦੇ ਨੇ, ਬੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਨਾ ਕੋਈ ਪਰਿਵਾਰ ਨਾਲ ਕੋਈ ਕੁਝ ਲੈਣਾ, ਨਾ ਜਦੋਂ ਪਰਿਵਾਰ ਤੋਂ ਨਹੀਂ ਕੁਝ ਲੈਣਾ ਫਿਰ ਸਮਾਜ ਤੋਂ ਕੀ ਲੈਣਾ ਉਹਨਾਂ ਲੋਕਾਂ ਨੇ। ਫਜ਼ੂਲ ਦੀਆਂ ਗੱਲਾਂ ਅਕਸਰ ਆਪਾਂ ਵੇਖਦੇ ਹਾਂ ਨਾ, ਫਜ਼ੂਲ ਦੀਆਂ ਕਿੰਨੀਆਂ ਗੱਲਾਂ ਕਰ ਕਰਕੇ, ਕਿੰਨੀਆਂ ਗੱਲਾਂ ਕਰ ਕਰਕੇ ਸਮਾਂ ਤਾਂ ਬਰਬਾਦ ਕਰ ਲਿਆ, ਪਰ ਕੁਝ ਖੱਟਿਆ ਕਮਾਇਆ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਤੈਨੂੰ ਇਹ ਕੀਮਤੀ ਜਨਮ ਸਵਾਰਨ ਵਾਸਤੇ ਮਿਲਿਆ ਸਮਾਂ ਤੈਨੂੰ। ਸਤਿਗੁਰੂ ਮਹਾਰਾਜ ਨੇ ਇੱਥੇ ਜਿਹੜੀ ਗੱਲ ਕੀਤੀ, ਪਾਤਸ਼ਾਹ ਜੀ ਕਹਿੰਦੇ ਦਿਨੈ ਵਿਕਾਰ ਕਰਤ ਸ਼ਰਮ ਪਾਇਓ। ਜਿਹੜੀ ਇਹਨੇ ਮੁਸ਼ੱਕਤ ਕੀਤੀ ਹੈ ਨਾ, ਮਿਹਨਤ ਕੀਤੀ ਹੈ, ਵਿਕਾਰ ਕਰਨ ਦੀ ਕੀਤੀ ਹੈ, ਵਿਕਾਰ ਕਰ ਕਰਕੇ, ਮਾੜੇ ਕਰਮ ਕਰ ਕਰਕੇ। ਸਤਿਗੁਰੂ ਮਹਾਰਾਜ ਕਹਿੰਦੇ ਹਾਲੇ ਤੱਕ ਥੱਕਿਆ ਨਹੀਂ ਹੈ, ਹਾਲੇ ਤੱਕ ਇਹਨੂੰ ਕੋਈ ਥਕੇਮਾ ਨਹੀਂ ਹੋਇਆ। ਮਹਾਰਾਜ ਕਹਿੰਦੇ ਜਦੋਂ ਸੌਂਦਾ ਨਾ ਸ਼ਾਮ ਨੂੰ, ਜਦੋਂ ਅੱਖਾਂ 'ਚ ਨੀਂਦ ਆਉਂਦੀ ਹੈ, ਫਿਰ ਰਾਤ ਨੂੰ ਇਹ ਕਈ ਵਾਰ ਬੰਦਿਆਂ ਨੂੰ ਆਦਤ ਹੁੰਦੀ ਹੈ ਜੀ ਰਾਤ ਨੂੰ ਬੋਲਣ ਦੀ। ਉਹਨੂੰ ਮਹਾਰਾਜ ਕਹਿੰਦੇ ਨੈਣੀ ਨੀਂਦ ਸੁਪਨ ਬਰੜਾਇਓ। ਬੰਦਾ ਬਰੜਾਉਂਦਾ ਰਹਿੰਦਾ, ਕਦੇ ਕੁਝ ਬੋਲ ਦਿੱਤਾ, ਕਦੇ ਕੁਝ ਬੋਲ ਦਿੱਤਾ। ਕਿਉਂਕਿ ਜੋ ਅਸੀਂ ਦਿਨ ਵਿੱਚ ਵੇਖਿਆ, ਜੋ ਅਸੀਂ ਦਿਨ ਵਿੱਚ ਕੀਤਾ, ਜਿੱਧਰ ਅਸੀਂ ਮਨ ਲਾ ਲਿਆ ਨਾ ਦਿਨੇ, ਫਿਰ ਰਾਤ ਨੂੰ ਉਹ ਗੱਲਾਂ ਬਰੜਾਉਂਦਾ ਰਹਿੰਦਾ ਮਨੁੱਖ। ਸਤਿਗੁਰੂ ਮਹਾਰਾਜ ਅੱਗੇ ਕਹਿ ਰਹੇ ਨੇ ਹਰ ਬਿਸਰਤ ਹੋਵਤ ਇਹ ਹਾਲ, ਸ਼ਰਨ ਨਾਨਕ ਪ੍ਰਭ ਪੁਰਖ ਦਿਆਲ। ਕਿਉਂ ਇਹ ਹਾਲ ਹੋ ਗਿਆ ਮਨੁੱਖ ਦਾ? ਸੁਪਨੇ ਦੇ ਅੰਦਰ ਕਿਉਂ ਬੋਲਦਾ, ਕਿਉਂ ਬਰੜਾਉਂਦਾ ਸੁੱਤਾ ਪਿਆ? ਕਿਉਂਕਿ ਅੰਦਰੋਂ ਰੱਬ ਦੀ ਯਾਦ ਭੁੱਲ ਗਈ, ਆਪਣੇ ਪਿਆਰੇ ਪ੍ਰੀਤਮ ਦੀ ਯਾਦ ਭੁੱਲ ਗਈ, ਇਸ ਕਰਕੇ ਬਰੜਾਉਂਦਾ ਏ, ਇਸ ਕਰਕੇ ਰੋਂਦਾ ਕਰਲਾਉਂਦਾ ਏ। ਹਰ ਬਿਸਰਤ ਹੋਵਤੇ ਹਾਲ, ਸ਼ਰਨ ਨਾਨਕ ਪ੍ਰਭ ਪੁਰਖ ਦਿਆਲ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਤੂੰ ਸ਼ਰਨ ਵਿੱਚ ਆ ਜਾਵੇਂਗਾ ਨਾ ਉਸ ਦਿਆਲ ਪ੍ਰਮਾਤਮਾ ਦੀ, ਤਾਂ ਹੀ ਤੇਰਾ ਪਾਰ ਉਤਾਰਾ ਹੋ ਸਕਦਾ, ਤਾਂ ਹੀ ਤੂੰ ਇਹਨਾਂ ਵਿਕਾਰਾਂ ਤੋਂ, ਦੁਸ਼ਟ ਚੌਂਕੜੀ ਤੋਂ ਬਚ ਸਕਦਾ। ਸੋ ਗੁਰੂ ਪਿਆਰਿਓ, ਇਸੇ ਲੜੀਵਾਰ ਬਾਣੀ ਦੀ ਵਿਚਾਰ ਆਪਾਂ 13ਵੀਂ ਥਿੱਤ ਦੇ ਬਾਰੇ ਗੱਲ ਕੀਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਤੇਰੀ 13ਵੀਂ ਥਿੱਤ ਹੈ ਜਿਹੜੀ ਤਾਂ ਸਫਲੀ ਹੈ ਜੇ ਤੂੰ ਪ੍ਰਮਾਤਮਾ ਦਾ ਭਜਨ ਕਰੇਗਾ, ਰੱਬ ਦਾ ਭਜਨ ਕਰੇਗਾ। ਗੁਰੂ ਕਿਰਪਾ ਕਰੇ ਇਸੇ ਲੜੀਵਾਰ ਵਿਚਾਰ ਗੁਰਬਾਣੀ ਦੀ ਹੁਣ ਆਪਾਂ ਜਿਹੜੀ ਲੜੀਵਾਰ ਵਿਚਾਰ ਆਰੰਭ ਕੀਤੀ ਹੋਈ ਹੈ,
ਇਤਿਹਾਸਕ ਵਿਚਾਰ पहले गुरु बारे, दूसरे गुरु बारे, तीसरे गुरु बारे आप विचार कर चुके हाँ जी लड़ी के तहत। अज जी आप विचार करनी है गुरु रामदास जी बारे। आप अज गल करांगे जन्म ते बचपन बारे। सतगुरु महाराज का प्रकाश 9 अक्तूबर 1534 दे विच 1534 ईस्वी दे विच लाहौर चूना मंडी विखे पातशाह जी का प्रकाश हुंदा है। पिता हरदास दे घर माता दया कौर दी कुखो अनूपी करके भी इन्हां दा नाम लिखिया जी। पलेठी दे पुत्र असीं इस करके इन्हां नूं जेठा जेठा कह के जिहड़े